ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ ਔਰ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ। ਜਲੰਧਰ ਦੇ ਵਿੱਚ ਸਿਮਰਜੀਤ ਬੈਂਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਔਰ ਬਿਨਾਂ ਇਜਾਜ਼ਤ ਤੋਂ ਰੋਸ ਮਾਰਚ ਕੱਢਣ ਦੇ ਇਲਜ਼ਾਮ ਉਹਨਾਂ ਤੇ ਲੱਗੇ ਹੋਏ ਨੇ। ਸਿਮਰਜੀਤ ਬੈਂਸ ਦੇ ਨਾਲ ਸਮਰਥਕ ਵੀ ਹਿਰਾਸਤ ਦੇ ਵਿੱਚ ਲਏ ਗਏ ਨੇ ਔਰ ਕਥਿਤ ਸਕਾਲਰਸ਼ਿਪ ਘੁਟਾਲੇ ਤੇ ਪ੍ਰਦਰਸ਼ਨ ਜਿਹੜਾ ਹੈ ਸਿਮਰਜੀਤ ਬੈਂਸ ਵੱਲੋਂ ਕੀਤਾ ਜਾ ਰਿਹਾ ਸੀ। ਸੂਬਾ ਭਰ ਦੇ ਵਿੱਚ ਰੋਸ ਮਾਰਚ ਕੱਢ ਰਹੇ ਨੇ ਸਿਮਰਜੀਤ ਬੈਂਸ। ਤੁਹਾਨੂੰ ਦੱਸ ਦਈਏ ਕਿ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਪਹਿਲਾਂ ਤੋਂ ਹੀ ਸਿਮਰਜੀਤ ਬੈਂਸ ਸਾਫ਼ ਤੌਰ ਤੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਇਸ ਦੇ ਨਾਲ ਇਸ ਦੇ ਵਿਰੋਧ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਨੇ ਔਰ ਅੱਜ ਹਿਰਾਸਤ ਦੇ ਵਿੱਚ ਲਏ ਗਏ ਨੇ ਸਿਮਰਜੀਤ ਬੈਂਸ। ਜਲੰਧਰ ਦੇ ਵਿੱਚ ਰੋਸ ਮਾਰਚ ਇਹਨਾਂ ਵੱਲੋਂ ਕੱਢਿਆ ਜਾ ਰਿਹਾ ਸੀ, ਜਿਸ ਦੌਰਾਨ ਪੁਲਿਸ ਹਿਰਾਸਤ ਵਿੱਚ ਲਏ ਗਏ ਨੇ ਬੈਂਸ ਔਰ ਇਹਨਾਂ ਦੇ ਸਮਰਥਕ ਵੀ ਨਾਲ ਸ਼ਾਮਿਲ ਸਨ। ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਸੂਬੇ ਭਰ ਦੇ ਵਿੱਚ ਰੋਸ ਮਾਰਚ ਸਿਮਰਜੀਤ ਬੈਂਸ ਵੱਲੋਂ ਕੱਢੀ ਜਾ ਰਹੀ ਸੀ। ਫਿਲਹਾਲ ਸਾਡੇ ਨਾਲ ਇਸ ਮਾਮਲੇ ਤੇ ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਜੁੜ ਚੁੱਕੇ ਨੇ। ਸੁਰਿੰਦਰ, ਪੂਰਾ ਮਾਮਲਾ ਕੀ ਹੈ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਇਸ ਦੌਰਾਨ ਕਿਸ ਵੇਲੇ ਇਹ ਰੋਸ ਰੈਲੀ ਜਿਹੜੀ ਹੈ ਕੱਢੀ ਜਾ ਰਹੀ ਸੀ ਕਿ ਹਜੇ ਵੀ ਪੁਲਿਸ ਹਿਰਾਸਤ ਦੇ ਵਿੱਚ ਹੀ ਨੇ? ਜੀ ਬਿਲਕੁਲ ਨਵਜੋਤ, ਜਿੱਦਾਂ ਕਿ ਰੋਸ ਮਾਰਚ ਜਿਹੜਾ ਸਕਾਲਰਸ਼ਿਪ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਰੋਸ ਮਾਰਚ ਕਰਨਾ ਸੀਗਾ। ਇਹਨਾਂ ਨੇ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਵੱਲੋਂ ਜਿਹੜਾ ਰੋਸ ਮਾਰਚ ਕਰਨਾ ਸੀਗਾ। ਉਹਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉਹਨਾਂ ਨੇ ਇੱਕ ਰੋਡ ਮੈਪ ਬਣਾਇਆ ਸੀਗਾ। ਲੰਮਾ ਪਿੰਡ ਚੌਂਕ ਤੋਂ ਲੈ ਕੇ ਰਵਿਦਾਸ ਚੌਂਕ ਕਰੀਬਨ 3 ਤੋਂ 4 ਕਿਲੋਮੀਟਰ ਦਾ ਰਸਤਾ ਜਿਹੜਾ ਸੀਗਾ ਉਹ ਆਟੋ ਰਿਕਸ਼ਾ ਦੇ ਵਿੱਚ ਬੈਠ ਕੇ ਤੈਅ ਕਰਨਾ ਸੀਗਾ, ਜਿਹਨੂੰ ਲੈ ਕੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੈਗਾ ਔਰ ਉਹਨਾਂ ਨੂੰ ਇੱਕ ਰੋਡ ਮੈਪ ਦੁਆਰਾ ਤਿਆਰ ਕੀਤਾ ਹੈਗਾ, ਜਿਸ ਸਿਰਫ 1 ਕਿਲੋਮੀਟਰ ਦਾ ਹੀ ਉਹਨਾਂ ਨੇ ਰੋਸ ਮਾਰਚ ਜਿਹੜਾ ਸੀਗਾ ਕੱਢਣ ਨੂੰ ਕਿਹਾ ਗਿਆ ਪੁਲਿਸ ਵੱਲੋਂ। ਜਦੋਂ ਉਸ ਜਿਹੜਾ ਰੋਡ ਮੈਪ ਪੁਲਿਸ ਵੱਲੋਂ ਦਿੱਤਾ ਗਿਆ ਸੀ ਉਹ ਪੂਰਾ ਕਰ ਦਿੱਤਾ ਗਿਆ, ਉਸ ਤੋਂ ਬਾਅਦ ਉਹਨਾਂ ਨੇ ਅੱਗੇ ਜਾਣ ਦੀ ਜ਼ੋਰ ਜ਼ਬਰਦਸਤੀ ਨਾਲ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਵੱਲੋਂ ਜਿਹੜੇ ਸਿਮਰਜੀਤ ਬੈਂਸ ਸੀਗੇ ਉਹਨਾਂ ਨੂੰ, ਉਹਨਾਂ ਦੇ ਬ੍ਰਦਰ ਬਲਵਿੰਦਰ ਸਿੰਘ ਬੈਂਸ ਤੇ ਹੋਰ ਜਿਹੜੇ ਉਹਨਾਂ ਦੇ ਨਾਲ ਕਾਰਜਕਰਤਾ ਸਮਰਥਕ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਵੱਲੋਂ ਕਿਹਾ ਗਿਆ ਵੀ ਇਹਨਾਂ ਨੇ ਕਾਨੂੰਨ ਦੀਆਂ ਜਿਹੜੀਆਂ ਗਾਈਡਲਾਈਨ ਸੀਗੀਆਂ 144 ਧਾਰਾ ਲੱਗੀ ਹੋਈ ਆ ਉਹਦੀ ਉਲੰਘਣਾ ਕੀਤੀ ਹੈ, ਜਿਹਦੇ ਕਰਕੇ 188 ਦੇ ਤਹਿਤ ਇਹ ਸਾਰੇ ਜਿੰਨੇ ਵੀ ਕਾਰਜਕਰਤਾ ਸੀਗੇ ਜਾਂ ਲੋਕ ਇਨਸਾਫ ਦੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਜੀ ਸ਼ੁਕਰੀਆ ਸੁਰਿੰਦਰ ਇਸ ਖਬਰ ਤੇ ਪੂਰੀ ਜਾਣਕਾਰੀ ਦੇਣ ਵਾਸਤੇ। ਤੇ ਤੁਹਾਨੂੰ ਦੱਸ ਦੇ ਕਿ ਜਲੰਧਰ ਦੇ ਵਿੱਚ ਰੋਸ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਸੀ ਸਿਮਰਜੀਤ ਬੈਂਸ ਵੱਲੋਂ, ਉਹਨਾਂ ਦੇ ਸਮਰਥਕਾਂ ਵੱਲੋਂ ਔਰ ਉਸ ਦੌਰਾਨ ਇਹਨਾਂ ਨੇ ਇਜਾਜ਼ਤ ਤੋਂ ਬਾਹਰ ਜਾ ਕੇ ਕੁਝ ਉਹ ਏਰੀਆਜ਼ ਦੇ ਵਿੱਚ ਵੀ ਰੈਲੀ ਕੱਢਣੀ ਚਾਹੀ ਜਿਹੜਾ ਕਿ ਪ੍ਰੋਹਿਬਿਟਡ ਸੀ, ਜਿੱਥੇ ਜਾਣਾ ਮਨਾ ਸੀਗਾ। ਪੁਲਿਸ ਪ੍ਰਸ਼ਾਸਨ ਦੀ ਗਾਈਡਲਾਈਨ ਨੂੰ ਫੋਲੋ ਨਹੀਂ ਕਰ ਰਹੇ ਸੀ, ਜਿਸ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹਨਾਂ ਦੇ ਸਮਰਥਕਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਕਥਿਤ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਔਰ ਉਸ ਵਜੋਂ ਹੀ ਅੱਜ ਇਹਨਾਂ ਵੱਲੋਂ ਆਟੋ ਰੈਲੀ ਵੀ ਕੱਢੀ ਜਾ ਰਹੀ ਸੀ। ਅਗਲੀ ਵੱਡੀ ਖਬਰ ਖੇਤੀ ਆਰਡੀਨੈਂਸ ਦੇ ਨਾਲ ਜੁੜੀ ਹੋਈ ਹੈ ਤਾਂ ਖੇਤੀ ਬਿੱਲਾਂ ਤੇ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ। ਅਕਾਲੀ ਦਲ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਮੋਰਚਾ ਵੀ ਸ਼ੁਰੂ ਹੋ ਚੁੱਕਿਆ ਹੈ। ਤਲਵੰਡੀ ਸਾਬੋ ਤੋਂ ਲੰਬੀ ਤੱਕ ਟਰੈਕਟਰ ਰੈਲੀ ਜੋ ਹੈ ਇਹਨਾਂ ਵੱਲੋਂ ਕੱਢੀ ਜਾ ਰਹੀ ਹੈ ਔਰ ਵਿਧਾਇਕ ਬਲਜਿੰਦਰ ਕੌਰ ਦੀ ਅਗਵਾਈ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਰਸਿਮਰਤ ਬਾਦਲ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ। ਤੇ ਤੁਹਾਨੂੰ ਦੱਸ ਦਈਏ ਇੱਕ ਪਾਸੇ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰ ਆਈਆਂ ਨੇ, ਥਾਂ-ਥਾਂ ਤੇ ਸੰਗਰਾਮ ਚੱਲ ਰਿਹਾ ਹੈ। ਸੂਬੇ ਤੋਂ ਲੈ ਕੇ ਰਾਜਧਾਨੀ ਤੱਕ ਲਗਾਤਾਰ ਸੜਕਾਂ ਤੇ ਉਤਰੇ ਹੋਏ ਨੇ ਕਿਸਾਨ, ਆਪਣੇ ਹੱਕ ਲਈ ਆਵਾਜ਼ ਬੁਲੰਦ ਕਰ ਰਹੇ ਨੇ ਔਰ ਉਧਰ ਆਮ ਆਦਮੀ ਪਾਰਟੀ ਦਾ ਵੀ ਸਹਿਯੋਗ ਇਨ੍ਹਾਂ ਕਿਸਾਨਾਂ ਨੂੰ ਮਿਲਿਆ। ਆਮ ਆਦਮੀ ਪਾਰਟੀ ਵੀ ਖਿਲਾਫਤ ਕਰ ਰਹੀ ਹੈ ਇਸ ਬਿੱਲ ਦੀ ਔਰ ਅਕਾਲੀ ਦਲ ਦੇ ਖਿਲਾਫ ਇਹ ਮੋਰਚਾ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਕੱਢਿਆ ਗਿਆ ਹੈ। ਜਿੱਥੇ ਪੰਜਾਬ ਦੇ ਕਿਸਾਨ, ਪੰਜਾਬ ਦੇ ਮਜ਼ਦੂਰ, ਪੰਜਾਬ ਦੇ ਆੜਤੀਏ ਜਿੰਨੇ ਵੀ ਵਰਗ ਨੇ ਅੱਜ ਮਤਲਬ ਹਰ ਵਰਗ ਦੇ ਵਿੱਚ ਜਿਹੜਾ ਬਹੁਤ ਵੱਡਾ ਰੋਸ ਆ, ਕਿਉਂਕਿ ਇਸ ਵੇਲੇ ਇੱਕ ਆਰਡੀਨੈਂਸਾਂ ਦੇ ਨਾਂ ਤੇ ਕਿਸਾਨਾਂ ਦਾ ਜਿਹੜਾ ਗਲ ਘੁੱਟਿਆ ਜਾ ਰਿਹਾ, ਕਿਸਾਨਾਂ ਨੂੰ ਕੁੱਟਿਆ ਜਾ ਰਿਹਾ, ਉਹਨਾਂ ਨੂੰ ਦੱਬਿਆ ਜਾ ਰਿਹਾ, ਉਹਨਾਂ ਦੀ ਰੋਜ਼ੀ ਜਿਹੜੀ ਆ ਖਤਮ ਕੀਤੀ ਜਾ ਰਹੀ ਆ ਤੇ ਪੰਜਾਬ ਦੀ ਕਿਸਾਨੀ ਨੂੰ ਖਤਮ ਕੀਤੀ ਜਾ ਰਹੀ ਹੈ। ਸੋ ਅੱਜ ਉਸ ਰੋਸ ਪ੍ਰਦਰਸ਼ਨ ਵਜੋਂ ਆਮ ਆਦਮੀ ਪਾਰਟੀ ਇੱਕ ਵੱਡਾ ਜਿਹੜਾ ਮੁਜ਼ਾਹਰਾ, ਇੱਕ ਪ੍ਰੋਟੈਸਟ ਆ ਬਾਦਲ ਸਾਹਿਬ ਦੀ ਕੋਠੀ ਦਾ ਘਿਰਾਓ, ਜਿਨ੍ਹਾਂ ਨੇ ਮੇਨ ਇੱਕ ਰੋਲ ਅਦਾ ਕੀਤਾ ਇਸ ਆਰਡੀਨੈਂਸ ਨੂੰ ਲਾਗੂ ਕਰਾਉਣ ਦੇ ਵਿੱਚ, ਪੰਜਾਬ ਨੂੰ ਖਤਮ ਕਰਨ ਦੇ ਵਿੱਚ, ਪੰਜਾਬ ਨੂੰ ਖੋਖਲਾ ਕਰਨ ਦੇ ਵਿੱਚ। ਤੇ ਆਮ ਆਦਮੀ ਪਾਰਟੀ ਜਿਹੜਾ ਆਪਣਾ ਇੱਕ ਮਾਰਚ ਦੇ ਰੂਪ ਦੇ ਵਿੱਚ ਜਿਹੜੇ ਟਰੈਕਟਰ ਨੇ ਸਾਡੇ ਇੱਥੇ ਜੀਵਨ ਸਿੰਘ ਵਾਲਾ ਤੋਂ ਸ਼ੁਰੂ ਹੋ ਕੇ ਨਰੂਆਣੇ ਤੋਂ ਹੁੰਦੇ ਹੋਏ ਬਾਦਲ ਸਾਹਿਬ ਦੀ ਕੋਠੀ ਦਾ ਘਿਰਾਓ ਕਰਨ ਦੇ ਲਈ ਅਸੀਂ ਇੱਥੇ ਤੁਰ ਰਹੇ ਹਾਂ। ਉਹਨਾਂ ਤੋਂ ਜਵਾਬ ਮੰਗਦੇ ਹਾਂ ਵੀ ਉਹਨਾਂ ਨੇ ਸਾਡੇ ਪੰਜਾਬ ਦਾ ਸੌਦਾ ਕੀਤਾ ਹੈ, ਸਾਡੇ ਪੰਜਾਬ ਨੂੰ ਬਕਾਇਆ ਹੈ, ਸਾਡੇ ਕਿਸਾਨ ਨੂੰ ਖਤਮ ਕਰਨ ਵਾਲੇ ਅੱਜ ਫਿਲਹਾਲ ਇੱਕ ਵਾਰ ਰੋਕ ਕਰ ਰਹੇ ਨੇ ਸਾਡੇ ਸਹਿਯੋਗੀ ਮੁਨੀਸ਼ ਗਰਗ ਸਾਡੇ ਨਾਲ ਜੁੜੇ ਹੋਏ ਨੇ ਇਸ ਮਾਮਲੇ ਤੇ ਅਪਡੇਟ ਦੇਣ ਵਾਸਤੇ। ਤਾਂ ਮੁਨੀਸ਼, ਤਲਵੰਡੀ ਸਾਬੋ ਤੋਂ ਲੰਬੀ ਤੱਕ ਦਾ ਇਹ ਸਫ਼ਰ ਜਿਹੜਾ ਹੈ ਕਿ ਇਹ ਤੈਅ ਕਰ ਲਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ, ਮੋਰਚਾ ਉੱਥੋਂ ਤੱਕ ਕੰਪਲੀਟ ਹੋ ਚੁੱਕਿਆ ਹੈ? बिल्कुल मंजूर सब तो पहले मैं दस देना चाहना
ਜਿਹੜਾ ਇਹ ਮਾਰਚ ਹੈ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘਾ ਤੋਂ ਸ਼ੁਰੂ ਕੀਤਾ ਗਿਆ ਕਿਉਂਕਿ ਬਠਿੰਡਾ ਦੇ ਹਲਕੇ ਤੋਂ ਵੀ ਕੁਝ ਲੋਕਾਂ ਨੇ, ਕੁਝ ਵਰਕਰਾਂ ਨੇ ਵੱਡੀ ਗਿਣਤੀ 'ਚ ਇੱਥੇ ਇਹਨਾਂ ਵਿਰੋਧ ਕਰਨ ਬਾਦਲ ਪਿੰਡ ਜਾਣਾ ਹੈ। ਇਸ ਕਰਕੇ ਸਾਰਿਆਂ ਨੇ ਜਿਹੜਾ ਨਲੂਆਣਾ ਇਕੱਠੇ ਹੋ ਕੇ ਉਸ ਤੋਂ ਬਾਅਦ ਜਿਹੜਾ ਬਾਦਲ ਪਿੰਡ ਵੱਲ ਰਵਾਨਾ ਹੋਣਾ ਹੈ। ਉਸ ਤੋਂ ਬਾਅਦ ਉੱਥੇ ਜਾ ਕੇ ਜਿਹੜਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਹੈ ਇਹਨਾਂ ਦਾ ਰੋਸ ਪ੍ਰਦਰਸ਼ਨ ਹੋਵੇਗਾ ਜੀ। ਤੇ ਮੁਨੀਸ਼, ਕੀ ਕੁਝ ਸਟੇਟਸ ਹੈ ਬਾਦਲ ਪਿੰਡ ਦਾ ਉੱਥੇ? ਕੀ ਪੁਲਿਸ ਪ੍ਰਸ਼ਾਸਨ ਉੱਥੇ ਚੌਕਸ ਹੈ ਕਿਉਂਕਿ ਇੰਨੇ ਵੱਡੇ ਇਕੱਠ ਉੱਥੇ ਕਰਨ ਦੀ ਤਿਆਰੀ ਵਿੱਚ ਹੈ ਆਮ ਆਦਮੀ ਪਾਰਟੀ? ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਪ੍ਰੋਟੈਸਟ ਲਗਾਤਾਰ ਕੀਤੇ ਜਾ ਰਹੇ ਨੇ, ਕਿਸਾਨ ਯੂਨੀਅਨ ਵੱਲੋਂ ਕੀਤੇ ਜਾ ਰਹੇ ਨੇ, ਅੱਜ ਆਮ ਆਦਮੀ ਪਾਰਟੀ ਜਿਹੜੇ ਪ੍ਰੋਟੈਸਟ ਕਰ ਰਹੀ ਹੈ ਤੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਜਿਹੜਾ ਮੁਸਤੈਦ ਹੈ। ਪਤਾ ਵੀ ਲੱਗਿਆ ਕਿ ਪਿੰਡ ਬਾਦਲ ਜਿੱਥੇ ਐਂਟਰੀ ਪੁਆਇੰਟ ਹੈ ਉਸ ਤੋਂ ਪਹਿਲਾਂ ਹੀ ਉਸਨੇ ਨਾਕਾਬੰਦੀ ਕੀਤੀ ਹੋਈ ਹੈ ਤਾਂ ਜੋ ਉੱਥੇ ਨਾ ਪਹੁੰਚ ਸਕਣ ਪ੍ਰਦਰਸ਼ਨਕਾਰੀ ਅਤੇ ਰਸਤੇ ਵਿੱਚ ਹੀ ਪ੍ਰਦਰਸ਼ਨ ਕਰ ਸਕਣ, ਆਪਣਾ ਪ੍ਰਦਰਸ਼ਨ ਨਾਲ ਰੋਸ ਜਿਹੜਾ ਆਪਣਾ ਜ਼ਾਹਿਰ ਕਰ ਸਕਣ। ਕਿਉਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਪਹਿਲਾਂ ਤਲਵੰਡੀ ਸਾਬੋ ਹਲਕਾ, ਬਠਿੰਡਾ ਦਿਹਾਤੀ ਜਾਂ ਬਠਿੰਡਾ ਸਾਰੇ ਇਕੱਠੇ ਹੋ ਕੇ ਪਿੰਡ ਨਲੂਆਣਾ ਇਕੱਠੇ ਹੋਣਗੇ, ਉਸ ਤੋਂ ਬਾਅਦ ਜਿਹੜਾ ਬਾਦਲ ਵੱਲ ਰਵਾਨਾ ਹੋਣਗੇ। ਸ਼ੁਕਰੀਆ ਮੁਨੀਸ਼ ਇਸ ਖਬਰ ਤੇ ਪੂਰੀ ਜਾਣਕਾਰੀ ਵਾਸਤੇ। ਤੇ ਤੁਹਾਨੂੰ ਦੱਸ ਦੇ ਆਮ ਆਦਮੀ ਪਾਰਟੀ ਵੱਲੋਂ ਤਾਂ ਟਰੈਕਟਰ ਰੈਲੀ ਜ਼ਰੂਰ ਕੱਢੀ ਜਾ ਰਹੀ ਹੈ। ਤਲਵੰਡੀ ਸਾਬੋ ਤੋਂ ਬਾਦਲ ਪਿੰਡ ਤੱਕ ਦਾ ਸਫ਼ਰ ਜਿਹੜਾ ਤੈਅ ਕੀਤਾ ਜਾ ਰਿਹਾ ਹੈ, ਪਰ ਉਧਰ ਹੀ ਕਿਸਾਨ ਜਥੇਬੰਦੀਆਂ ਸਾਫ਼ ਤੌਰ ਤੇ ਉੱਥੇ ਮੋਰਚਾ ਲਾ ਕੇ ਬੈਠੀਆਂ ਹੋਈਆਂ ਨੇ ਔਰ ਉਹਨਾਂ ਦੇ ਮੰਚ ਤੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਉਹ ਇੱਥੇ ਸ਼ਾਮਿਲ ਨਹੀਂ ਹੋਣ ਦੇਣਗੇ। ਤਾਂ ਬਾਦਲ ਪਿੰਡ ਦੇ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੇ ਮੰਚ ਤੋਂ ਬੋਲਣ ਨਹੀਂ ਦੇਣਗੇ ਅਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣਾ ਝੰਡਾ ਲਾਉਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਨੇ ਪਾਰਟੀਆਂ ਤੇ ਆਪਣੇ ਲਾਹੇ ਦੇ ਲਈ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ। ਦੱਸ ਦਈਏ ਕਿ ਆਮ ਆਦਮੀ ਪਾਰਟੀ ਵੀ ਟਰੈਕਟਰ ਰੈਲੀ ਕੱਢ ਕੇ ਬਾਦਲ ਪਿੰਡ ਪਹੁੰਚ ਰਹੀ ਹੈ। ਉਹ ਜਿੱਡੀਆਂ ਵੱਡੀਆਂ ਪਾਰਟੀਆਂ ਕੋਲੇ ਤਾਕਤ ਹੈ, ਕਿਸਾਨ ਜਥੇਬੰਦੀਆਂ ਦੇ ਮੁਕਾਬਲੇ ਤਾਂ ਬਹੁਤ ਵੱਡੀਆਂ ਪਾਰਟੀਆਂ। ਸਾਡੀ ਜਥੇਬੰਦੀ ਦਾ 640 ਪਿੰਡਾਂ 'ਚ ਕੰਮ ਹੈਗਾ ਹੈ। 12,500 ਪਿੰਡ ਹੈ ਪੰਜਾਬ ਦਾ। ਜੇ ਸੱਚੀਓ ਕਿਸਾਨ ਆਤੈਸ਼ੀ ਹੋਣ ਉਹ 12,500 ਪਿੰਡਾਂ ਦੇ ਵਿੱਚੋਂ ਕਾਫਲੇ ਲੈ ਕੇ ਤੁਰ ਪੈਣ ਦੀ ਜ਼ਰੂਰਤ ਕੀ ਹੈ ਵੀ ਸਾਡੇ ਉਲਟ ਫੈਸਲੇ ਲੈ ਲੈਣ? ਉਹ ਤਾਂ ਕਿਸਾਨੀ ਦੀਆਂ ਵੋਟਾਂ ਨੂੰ ਆਪਦੇ ਵੱਲ ਸੇਧਤ ਕਰਨ ਦੀ ਖਾਤਰ ਜਦੋਂ ਕੋਈ ਮਸਲੇ ਮੰਗਾ ਭਖਦੇ ਹੈ, ਚਾਹੇ ਨਰਮੇ ਵਾਲਾ ਮੋਰਚਾ ਹੋਵੇ। 2015 ਦੇ ਵਿੱਚ ਨਰਮਾ ਮਰ ਗਿਆ ਕਿਸਾਨਾਂ ਦਾ। ਅਸੀਂ ਲਗਾਤਾਰ 17 ਦਿਨ ਬਠਿੰਡੇ ਬੈਠੇ, ਰੇਲਵੇ ਲਾਈਨਾਂ ਰੋਕੀਆਂ ਹਫ਼ਤਾ, ਉਦੋਂ ਵੀ ਹਾਂ ਦਾ ਨਾਰਾ ਮਾਰਨ ਦੀ ਖਾਤਰ ਅੱਡੋ ਅੱਡੀ ਆਉਂਦੇ ਰਹੇ ਹੈ। ਅਸੀਂ ਸਾਡੀ ਜਥੇਬੰਦੀ ਵੱਲੋਂ ਇਹ ਨਹੀਂ ਚਾਹੁੰਦੇ ਕਿ ਸਾਡੀ ਤਾਂ ਦੇਸ਼ ਦਾ ਅੰਨਦਾਤਾ ਸੜਕਾਂ ਤੇ ਉਤਰਿਆ ਹੋਇਆ ਹੈ। ਲੰਬੀ ਪਿੰਡ ਦੇ ਵਿੱਚ ਵੀ ਕਿਸਾਨਾਂ ਦਾ ਘਿਰਾਓ ਜਿਹੜਾ ਜਾਰੀ ਹੈ। ਕਿਸਾਨ ਉੱਥੇ ਮੋਰਚਾ ਲਾ ਕੇ ਬੈਠੇ ਹੋਏ ਨੇ। ਫਿਲਹਾਲ ਸਾਡੇ ਸਹਿਯੋਗੀ ਸੂਰਜ ਭਾਂਸਾ ਨਾਲ ਲਾਈਵ ਜੁੜ ਚੁੱਕੇ ਨੇ। ਸੂਰਜ, ਪਹਿਲਾਂ ਤਾਂ ਤੁਸੀਂ ਕਿਸ ਜਗ੍ਹਾ ਹੋ ਇਸ ਵੇਲੇ ਔਰ ਜੇਕਰ ਤੁਸੀਂ ਬਾਦਲ ਪਿੰਡ ਦੇ ਵਿੱਚ ਹੋ ਤਾਂ ਕਿੰਨਾ ਕੁ ਇਕੱਠ ਹੈ ਕਿਸਾਨਾਂ ਦਾ ਦੇਖਿਆ ਜਾ ਰਿਹਾ ਹੈ ਉੱਥੇ? ਦੇਖੋ ਨਵਜੋਤ, ਅਸੀਂ ਬਠਿੰਡਾ ਦੇ ਨਰੂਆਣਾ ਪਿੰਡ ਦੇ ਵਿੱਚ ਖੜੇ ਆ ਕਿਉਂਕਿ ਕਿਸਾਨਾਂ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਸਿਆਸਤ ਹੈ ਜਿਹੜੀ ਤੇਜ਼ ਹੋ ਚੁੱਕੀ ਹੈ। ਹਰੇਕ ਰਾਜਨੀਤਿਕ ਪਾਰਟੀ ਕਿਸਾਨਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਟਰੈਕਟਰਾਂ ਦੀ ਲੰਬੀ ਕਤਾਰ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਬਠਿੰਡਾ ਦੇ ਨਰੂਆਣਾ ਪਿੰਡ ਹੈ। ਇਹ ਨਰੂਆਣਾ ਪਿੰਡ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਆਮ ਆਦਮੀ ਪਾਰਟੀ ਦੇ ਇੱਥੇ ਜੁਟੇ ਹੋਏ ਨੇ। ਟੀਚਾ ਇੱਕੋ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਘੇਰਨਾ। ਖੁਦ ਹਰਪਾਲ ਸਿੰਘ ਚੀਮਾ ਇੱਥੇ ਇਸ ਦੀ ਅਗਵਾਈ ਕਰਨੇ ਆਪਾਂ ਗੱਲਬਾਤ ਕਰਦੇ ਹਾਂ। ਚੀਮਾ ਸਾਹਿਬ, ਕਿਵੇਂ ਦੇਖਦੇ ਹੋ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ? ਪੂਰੇ ਦੇਸ਼ ਦੇ ਵਿੱਚ ਰਾਜਨੀਤੀ ਦੇ ਕਿਸਾਨਾਂ ਨੂੰ ਲੈ ਕੇ ਹੋ ਹੀ ਰਹੀ ਹੈ। ਹਤੈਸ਼ੀ ਪਾਰਟੀ ਕਿਹੜੀ ਹੋਊ ਕਿਸਾਨਾਂ ਵਾਸਤੇ? ਦੇਖੋ, ਅਕਾਲੀ ਦਲ ਬੀਜੇਪੀ ਤਾਂ ਲਗਾਤਾਰ ਕਿਸਾਨਾਂ ਦਾ ਵਿਰੋਧ ਕਰ ਰਿਹਾ ਹੈ। ਪੰਜਾਬ ਦੇ ਬੱਚੇ ਨੂੰ ਪਤਾਗਾ ਕਿ ਦੇਸ਼ ਦੀ ਕੇਂਦਰੀ ਸਰਕਾਰ, ਮੋਦੀ ਸਾਹਿਬ ਦੀ ਸਰਕਾਰ ਜਿਹਦੇ ਵਿੱਚ ਹਰਸਿਮਰਤ ਕੌਰ ਬਾਦਲ ਜੀ ਮਿਨਿਸਟਰ ਨੇਗੇ, ਉਹ ਲਗਾਤਾਰ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਨੇ ਕਿ ਆਹ 3 ਜਿਹੜੇ ਆਰਡੀਨੈਂਸ ਆਏ ਨੇ ਇਹਨਾਂ ਨੇ ਪੰਜਾਬ ਦੇ ਕਿਸਾਨ ਨੂੰ ਤਬਾਹ ਕਰ ਦੇਣਾ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਕਿਸਾਨ ਮਾਰਿਆ ਜਾਊਗਾ। ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਿਹਾ ਉਹਦੇ ਉੱਤੇ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਲੈ ਕੇ ਆਉਣੇ, ਇਹ ਬਹੁਤ ਮਾੜੀ ਗੱਲ ਆ ਗਈ। ਸੋ ਅਕਾਲੀ ਦਲ ਬੀਜੇਪੀ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਕਿਸਾਨ ਵਿਰੋਧੀ ਆ। ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਰਾਜਾ ਅਮਰਿੰਦਰ ਸਿੰਘ ਜੀ, ਉਹਨਾਂ ਦਾ ਵੀ ਦੋਗਲਾ ਚਿਹਰਾ ਲੰਗਾ ਹੋਇਆਗਾ। ਉਹਨਾਂ ਨੇ ਵੀ ਜਦੋਂ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਈ ਆ, ਜਦੋਂ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਕੈਪਟਨ ਸਾਹਿਬ ਨੇ ਉਹਨਾਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਆ, ਸਹਿਮਤੀ ਦਿੱਤੀ ਆ ਔਰ ਮਨਪ੍ਰੀਤ ਸਿੰਘ ਬਾਦਲ ਨੇ ਸਹਿਮਤੀ ਦਿੱਤੀ ਆ। ਹੁਣ ਉਹ ਡਰਾਮੇ ਕਰ ਰਹੇ ਨੇਗੇ। ਸੋ ਆਮ ਆਦਮੀ ਪਾਰਟੀ ਨੇ ਸਾਰਿਆਂ ਨੂੰ ਐਕਸਪੋਜ਼ ਕਰੂਗੀ। ਅਕਾਲੀ ਦਲ, ਬੀਜੇਪੀ ਐਂਡ ਕਾਂਗਰਸ ਤਿੰਨੇ ਪਾਰਟੀਆਂ ਜਿਹੜੇ ਕਿਸਾਨ ਵਿਰੋਧੀ ਨੇਗੀਆਂ। ਆਮ ਆਦਮੀ ਪਾਰਟੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਹੱਕ ਵਿੱਚ ਡਟੀ ਹੋਈ ਹੈ। ਅੱਜ ਵੀ ਖੜੇ ਆ ਕਿ ਅੱਜ ਹਰਸਿਮਰਤ ਕੌਰ ਬਾਦਲ ਦਾ ਘਿਰਾਓ ਕਰਾਂਗੇ। ਆਪਣੀ ਕੇਂਦਰੀ ਜਿਹੜੀ ਵਜ਼ਾਰਤ ਆ ਉਹ 'ਚ ਅਸਤੀਫਾ ਦਿਓ, ਕਿਉਂਕਿ ਮੈਂ ਹੈਰਾਨ ਹੈਗਾ ਕਿ ਇੱਕ ਪਾਸੇ ਉਹਨਾਂ ਦਾ ਜਿਹੜਾ ਪਤੀ ਆ ਸੁਖਬੀਰ ਸਿੰਘ ਬਾਦਲ, ਜਿਹੜਾ ਕਿ ਅਕਾਲੀ ਦਲ ਦਾ ਪ੍ਰਧਾਨ ਆ,
ਉਹ ਤਾਂ ਕਹਿੰਦਾ ਆਰਡੀਨੈਂਸ ਮਾੜੇ ਨੇਗੇ, ਗਲਤ ਨੇਗੇ, ਹੁਣ ਕਿਉਂਕਿ 24 ਉਹਨਾਂ ਨੂੰ ਯੂ ਟਰਨ ਲਿਆ ਉਹਨਾਂ ਨੇ, ਸੋ ਉਹਨਾਂ ਦੀ ਧਰਮ ਪਤਨੀ ਮਿਨਿਸਟਰ ਬਣੀ ਹੋਈ ਆ। ਨੈਤਿਕਤਾ ਦੇ ਆਧਾਰ ਤੇ ਵੈਸੇ ਹੀ ਫਰਜ਼ ਬਣਦਾ ਕਿ ਅਸਤੀਫਾ ਦੇਣਾ ਚਾਹੀਦਾ। ਬੜੀ ਹੈਰਾਨੀ ਦੀ ਗੱਲ ਆ ਕਿ ਉਹ ਇੰਜੋਏ ਕਰ ਰਹੀ ਹੈ, ਮਿਨਿਸਟਰੀ ਇੰਜੋਏ ਕਰ ਰਹੀ ਆ। ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਕਿ ਤੁਰੰਤ ਸਟੈਪ ਡਾਊਨ ਕਰੇ, ਤੁਰੰਤ ਅਸਤੀਫਾ ਦਿਓ। ਆਮ ਆਦਮੀ ਪਾਰਟੀ ਜਦ ਤੱਕ ਅਸਤੀਫਾ ਨਹੀਂ ਦਿੰਦੇ ਹੈਗੇ ਲਗਾਤਾਰ ਪ੍ਰੋਟੈਸਟ ਕਰਦੀ ਰਹੂਗੀ। ਕੀ ਲੱਗਦਾ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੇ ਨਾਲ ਪੂਰੇ ਪੰਜਾਬ ਦੇ ਦੇਸ਼ ਦੇ ਵਿੱਚ ਕੇਂਦਰ ਦੀ ਸਰਕਾਰ ਤੇ ਦਬਾਅ ਬਣੂਗਾ? ਬਿਲਕੁਲ ਕੇਂਦਰ ਦੀ ਸਰਕਾਰ ਤੇ ਦਬਾਅ ਬਣਾਉਣਾਗਾ। ਪੰਜਾਬ ਦੀ ਜਿਹੜਾ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਤੇ ਦਬਾਅ ਬਣ ਗਿਆ। ਉਹ ਡਰਦੇ ਮਾਰੇ ਨੇ ਯੂ ਟਰਨ ਲੈ ਲਿਆ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਕਿਸਾਨ ਦੇ ਹੱਕਾਂ 'ਚ ਨੇ ਆਰਡੀਨੈਂਸ, ਉਹ ਕੱਲ ਕਹਿਣ ਲੱਗੇ ਕਿਸਾਨ ਵਿਰੋਧੀ ਨੇਗੇ। ਘੱਟੋ ਘੱਟ ਇੱਕ ਪਾਰਟੀ ਤੇ ਜਾਗੀ ਜਿਹੜੀ ਸੈਂਟਰ ਦੇ ਵਿੱਚ ਬੈਠੀ ਆ। ਜਿਹੜਾ ਅਕਾਲੀ ਦਲ ਸੈਂਟਰ ਦੇ ਵਿੱਚ ਬੈਠਾਗਾ ਉਹ ਇੰਨਾ ਕੁ ਤਾਂ ਡਰ ਗਿਆ ਨਾ ਪੰਜਾਬ ਦੇ ਲੋਕਾਂ ਤੋਂ। ਅੱਜ ਉਹ ਡਰ ਦੇ ਕਾਰਨ ਜਿਹੜਾ ਹੈਗਾ ਕਿਸਾਨਾਂ ਦੇ ਹੱਕ 'ਚ ਬੋਲਣ ਲੱਗ ਗਿਆ। ਸੋ ਇਸੇ ਤਰ੍ਹਾਂ ਬੀਜੇਪੀ ਵੀ ਡਰੂਗੀ। ਇਸੇ ਤਰ੍ਹਾਂ ਬੀਜੇਪੀ ਨੂੰ ਜਿਹੜਾ ਹੈਗਾ ਅਸੀਂ ਡਰਾਵਾਂਗੇ। ਡਰਾਉਣ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਆਹ ਕਾਲਾ ਕਾਨੂੰਨ ਜਿਹੜਾ ਹੈਗਾ ਵਾਪਸ ਲੈਣ ਲਈ ਮਜਬੂਰ ਕਰਾਂਗੇ। ਬਿਲਕੁਲ ਨਵਜੋਤ, ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਨਾ ਕਿ ਕਿਸ ਤਰ੍ਹਾਂ ਦੇ ਟਰੈਕਟਰ ਨੇ ਉਹ ਸੜਕ ਦੇ ਉੱਪਰ ਤਿਆਰ ਨੇ ਔਰ ਕੁਝ ਟਾਈਮ ਦੇ ਬਾਅਦ ਹੀ ਰਵਾਨਗੀ ਹੈ ਜਿਹੜੀ ਇਹਨਾਂ ਨੇ ਬਾਦਲ ਪਿੰਡ ਦੇ ਵੱਲ ਕਰ ਦੇਣੀ ਹੈਗੀ। ਟਰੈਕਟਰਾਂ ਦੇ ਉੱਪਰ ਝੰਡੇ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਦੇ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਹਰੇਕ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਵੱਲ ਮੁੜਨਾ ਚਾਹੁੰਦੀ ਹੈ, ਕਿਉਂਕਿ ਕਿਸਾਨਾਂ ਦਾ ਬਹੁਤ ਵੱਡਾ ਵੋਟ ਬੈਂਕ ਕਿਸਾਨਾਂ ਦਾ ਹੁੰਦਾ ਹੈ। ਤਾਂ ਕਰਕੇ ਕੋਈ ਵੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਕਿਸਾਨਾਂ ਦੀ ਵੋਟ ਉਹਨਾਂ ਦੇ ਹੱਥ ਦੇ ਵਿੱਚੋਂ ਖੁੱਸੇ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਚਾਹੇ ਉਹ ਸਟੇਟ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਜਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ। ਟਰੈਕਟਰ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰਾਂ ਦੇ ਉੱਪਰ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਸਪੋਰਟਰ ਨੇ, ਉਹ ਨਿਕਲੇ ਹੋਏ ਨੇ ਔਰ ਇੱਕ ਕਾਫਲੇ ਦੇ ਰੂਪ ਦੇ ਵਿੱਚ ਇਹ ਇਥੋਂ ਰਵਾਨਗੀ ਕਰਨਗੇ। ਹਰਪਾਲ ਸਿੰਘ ਚੀਮਾ ਜਿਹੜੇ ਇੱਥੇ ਆਏ ਹੋਏ ਨੇ ਉਹ ਵੀ ਇੱਥੇ ਨੇ ਤੇ ਹੋਰ ਵੀ तमाम ਜਿਹੜੇ ਲੋਕ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਕੀ ਲੱਗਦਾ ਕੋਈ ਸਰਕਾਰ ਤੇ ਫਰਕ ਪਊਗਾ ਇਸ ਚੀਜ਼ ਦਾ? ਕੀ ਲੱਗਦਾ ਦਬਾਅ ਬਣੂਗਾ ਕੋਈ? ਮੈਂ ਕਹਿੰਦਾ ਫਰਕ ਦਾ ਨਤੀਜਾ ਤਾਂ ਇਹ ਹੈਗਾ, ਅਕਾਲੀ ਦਲ ਬਾਦਲ ਜਿਹੜਾ ਲਗਾਤਾਰ ਝੂਠ ਬੋਲਦਾ ਰਿਹਾ, ਠੀਕ ਹੈ ਨਾ, ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ। ਇਹ ਜਮਹੂਰੀਅਤ ਦੀ ਜਿੱਤ ਹੈ, ਇਹ ਲੋਕਤੰਤਰ ਦੀ ਜਿੱਤ ਹੈ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਰੋਹ ਪੈਦਾ ਹੋਇਆ ਔਰ ਜਿਸ ਤਰੀਕੇ ਨਾਲ ਕਿਸਾਨ ਖੁੱਲ੍ਹ ਕੇ ਸੜਕਾਂ ਤੇ ਆਇਆ, ਬਾਦਲ ਨੂੰ ਅੱਜ ਮਜਬੂਰ ਹੋ ਕੇ ਆਪਦਾ ਸਟੈਂਡ ਬਦਲਣਾ ਪਿਆ। ਪਰ ਸਾਡਾ ਅੱਜ ਵੀ ਸਵਾਲ ਹੈ ਬਾਦਲ ਨੂੰ ਕਿ ਉਹ ਪਹਿਲਾਂ ਕਿਵੇਂ ਉਹਨਾਂ ਦਾ ਹਮਾਇਤ ਕਰਦੇ ਸੀ ਉਹਨਾਂ ਆਰਡੀਨੈਂਸਾਂ ਦੀ, ਅੱਜ ਜੇ ਉਹਦਾ ਵਿਰੋਧ ਕਰਦੇ ਅਸੀਂ ਤਾਂ ਵਿਰੋਧ ਮੰਨਾਂਗੇ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਵਾ ਕੇ ਉੱਥੇ ਐਨਡੀਏ ਨੂੰ ਉਹ ਅਲਵਿਦਾ ਆਖਣਗੇ। ਬਿਲਕੁਲ ਨਵਜੋਤ, ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਹੈ ਜਿਹੜੇ ਇਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਜਾ ਕੇ ਕਿਸਾਨ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿਸਾਨ ਜਿਹੜੇ ਉੱਥੇ ਮੋਰਚਾ ਲਾ ਕੇ ਬੈਠੇ ਹੋਏ ਨੇ, ਕਿਸਾਨ ਜਿਹੜੇ ਬਾਦਲ ਪਿੰਡ ਦੇ ਵਿੱਚ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਆਮ ਆਦਮੀ ਪਾਰਟੀ ਦੀ ਡੈਸਟੀਨੇਸ਼ਨ ਜਿਹੜੀ ਉਹ ਬਾਦਲ ਪਿੰਡ ਤੱਕ ਹੈ, ਪਰ ਕਿਸਾਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਉਹ ਕਿਸੇ ਸਿਆਸੀ ਸ਼ਖਸੀਅਤ ਨੂੰ ਉੱਥੇ ਨਹੀਂ ਪਹੁੰਚਣ ਦੇਣਗੇ। ਇਹੋ ਜਿਹੇ ਜਿਨ੍ਹਾਂ ਵੱਲੋਂ ਕੀ ਕੀਤਾ ਜਾਵੇਗਾ ਫਿਰ? ਬਿਲਕੁਲ ਨਵਜੋਤ, ਆਪਾਂ ਇਸ ਦਾ ਵੀ ਪ੍ਰਤੀਕਰਮ ਚੀਮਾ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਕੀ ਸੋਚਦੇ ਨੇ ਚੀਮਾ, ਕਿਉਂਕਿ ਕਿਸਾਨਾਂ ਨੇ ਪਹਿਲਾਂ ਹੀ ਮਨਾ ਕਰ ਦਿੱਤਾ ਕਿ ਸਾਡੀ ਸਟੇਜ ਦੇ ਉੱਪਰ ਜਾਂ ਸਾਡੇ ਨਾਲ ਆ ਕੇ ਕੋਈ ਵੀ ਬੰਦਾ ਨਹੀਂ ਬੈਠੂਗਾ। ਆਪਾਂ ਦੁਬਾਰਾ ਚੀਮਾ ਸਾਹਿਬ ਤੋਂ ਗੱਲਬਾਤ ਕਰਦੇ ਹਾਂ। ਚੀਮਾ ਸਾਹਿਬ, ਕਿਸਾਨਾਂ ਨਾਲ ਸਾਡੀ ਗੱਲ ਹੋਈ ਸੀ, ਕਿਸਾਨ ਕਹਿ ਰਹੇ ਕਿ ਕੋਈ ਵੀ ਪਾਰਟੀ ਦੇ ਨੁਮਾਇੰਦੇ ਨੂੰ ਅਸੀਂ ਸਟੇਜ ਤੇ ਨਹੀਂ ਆਉਣ ਦੇਵਾਂਗੇ, ਝੰਡਾ ਨਹੀਂ ਲਾਉਣ ਦੇਵਾਂਗੇ। ਆਪਾਂ ਦੇਖੋ, ਅਸੀਂ ਪੁਰਅਮਨ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਇਹ ਆਮ ਆਦਮੀ ਪਾਰਟੀ ਦਾ ਪ੍ਰੋਟੈਸਟ ਆ। ਸਾਡੇ ਵਲੰਟੀਅਰ ਆਲਰੇਡੀ ਪਹਿਲਾਂ ਹੀ ਉਹਨਾਂ ਧਰਨਿਆਂ 'ਚ ਬੈਠੇ ਨੇਗੇ, ਪਰ ਲੇਕਿਨ ਅਸੀਂ ਜਿਹੜਾ ਹੈਗਾ ਪੋਲੀਟੀਕਲ ਪਾਰਟੀ ਵੱਲੋਂ ਸਾਡੇ ਵੱਲੋਂ ਐਕਸ਼ਨ ਕੀਤਾ ਗਿਆ। ਸੋ ਅਸੀਂ ਕਿਸਾਨਾਂ ਦੀ ਬਾਹਰੋਂ ਵੀ ਸਪੋਰਟ ਕਰਦੇ ਹਾਂ, ਅੰਦਰ ਵੀ ਸਾਡੇ ਕਿਸਾਨ, ਉਹਨਾਂ ਦੇ ਸਾਡੇ ਕਿਸਾਨ ਭਰਾ ਉੱਥੇ ਬੈਠੇ ਨੇ ਧਰਨਿਆਂ ਦੇ ਵਿੱਚ। ਪਰ ਕਿਸਾਨ ਕਹਿ ਰਹੇ ਨੇ ਸੀ ਵਿਸ਼ਵਾਸ ਕਿਸ ਤੇ ਕਰੀਏ? ਪਹਿਲਾਂ ਕਾਂਗਰਸ ਤੇ ਵਿਸ਼ਵਾਸ ਕੀਤਾ ਸੀਗਾ, ਕੇਂਦਰ ਤੇ ਵਿਸ਼ਵਾਸ ਕੀਤਾ ਸੀਗਾ, ਇਹਨਾਂ ਦੇ ਅਕਾਲੀਆਂ ਤੇ ਵਿਸ਼ਵਾਸ ਕੀਤਾ ਸੀਗਾ, ਵਿਸ਼ਵਾਸ ਕਿਵੇਂ ਕਰੀਏ? ਦੇਖੋ, ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਆ। ਕੱਲੀ ਆਮ ਆਦਮੀ ਪਾਰਟੀ ਆ ਜਿਹਦੀ ਸਰਕਾਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਸਵਾਮੀਨਾਥਨ ਰਿਪੋਰਟ ਦਾ ਉਹ ਪਾਰਟ ਲਾਗੂ ਕੀਤਾ ਗਾ ਜਿਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾਗਾ। ਸੋ ਅਸੀਂ ਜਦੋਂ ਪੰਜਾਬ ਵਿੱਚ ਆਵਾਂਗੇ ਤਾਂ ਜਿਹੜੇ ਸਵਾਮੀਨਾਥਨ ਰਿਪੋਰਟ ਨੂੰ ਵੀ ਲਾਗੂ ਕਰਾਂਗੇ। ਜਿਹੜੀਆਂ ਦਮਨਕਾਰੀ ਨੀਤੀਆਂ ਨੇ ਸਰਕਾਰ ਦੀਆਂ, ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਨੇਗੀਆਂ, ਇਹਨਾਂ ਦੇ ਖਿਲਾਫ ਵੀ ਅਸੀਂ ਬਿੱਲ ਪਾਸ ਕਰਾਂਗੇ, ਐਕਟ ਲੈ ਕੇ ਆਵਾਂਗੇ ਔਰ ਕਿਸਾਨ ਦੀ ਖੇਤੀ ਨੂੰ ਜਿਹੜਾ ਪ੍ਰਫੁੱਲਤ ਕਰਾਂਗੇ, ਪੰਜਾਬ ਦੇ ਕਿਸਾਨ ਨੂੰ ਬਚਾਵਾਂਗੇ। ਅੱਜ ਪੰਜਾਬ ਦਾ ਕਿਸਾਨ ਆਤਮ ਹੱਤਿਆਵਾਂ ਕਰ ਰਿਹਾ, ਸੁਸਾਈਡ ਕਰ ਰਿਹਾ ਹੈਗਾ, ਅੱਜ ਮਜ਼ਦੂਰ ਖੇਤ ਮਜ਼ਦੂਰ ਮਰ ਰਿਹਾ ਹੈਗਾ, ਅੱਜ ਆੜ੍ਹਤੀਆ ਜਿਹੜਾ ਮਜਬੂਰ ਹੋਇਆ ਪਿਆ, ਅੱਜ ਜਿਹੜਾ ਸ਼ੈਲਰ ਮਾਲਕ ਨੇ ਉਹ ਸ਼ੈਲਰ ਛੱਡ ਕੇ ਭੱਜ ਰਹੇ ਨੇਗੇ। ਸੋ ਇੱਕ ਵੱਡੀ ਇੰਡਸਟਰੀ ਆ ਪੰਜਾਬ ਦੀ, ਐਗਰੀਕਲਚਰ ਦੀ ਇੰਡਸਟਰੀ ਆ, ਬਹੁਤ ਵੱਡੀ ਇੰਡਸਟਰੀ ਆ। ਇਹਨੂੰ ਬਚਾਉਣ ਦੇ ਲਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 2022 'ਚ ਆਊਗੀ, ਸਪੈਸ਼ਲ ਪੈਕੇਜ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਬਚਾਵਾਂਗੇ ਔਰ ਖੇਤੀ ਨੂੰ ਜਿਹੜਾ ਪ੍ਰਫੁੱਲਤ ਕਰਾਂਗੇ। ਜਿਹਦੇ ਕੀ ਲੱਗਦਾ ਆਮ ਲੋਕਾਂ ਨੂੰ ਵੀ ਬਾਹਰ ਨਿਕਲਣਾ ਪਊਗਾ ਕਿਸਾਨਾਂ ਦੇ ਹੱਕ ਨੂੰ ਲੈ ਕੇ? ਕਿਸਾਨ ਹਰੇਕ ਦਾ ਢਿੱਡ ਭਰਦਾ ਹੈਗਾ। ਬਿਲਕੁਲ ਜੀ, ਜੇਕਰ ਆਮ ਲੋਕ ਬਾਹਰ ਨਿਕਲਣਗੇ ਤਾਂ ਹੀ ਅਸੀਂ ਜੋ ਇਹ ਵੱਡੇ ਘਰਾਣੇ ਨਾਲ ਲੜ ਸਕਦੇ ਹਾਂ, ਕਿਉਂਕਿ ਜੋ ਇਹ ਬਾਦਲ ਪਰਿਵਾਰ ਹੈ ਜਾਂ ਕੈਪਟਨ ਪਰਿਵਾਰ ਹੈ, ਇਹਨਾਂ ਨੇ ਦੋਗਲੇ ਚਿਹਰੇ ਦੀ ਜੋ ਰਾਜਨੀਤੀ ਹਮੇਸ਼ਾ ਕਰਦੇ ਆ, ਜਿਵੇਂ ਹੁਣ ਕਰਦੇ ਆ ਰਹੇ ਆ। ਸੋ ਜੇਕਰ ਸਾਰੇ ਲੋਕ ਨਿਕਲਣਗੇ ਘਰਾਂ ਚੋਂ ਬਾਹਰ ਤਾਂ ਹੀ ਆਰਡੀਨੈਂਸ ਆਪਾਂ ਵਾਪਸ ਕਰਵਾ ਸਕਦੇ ਹਾਂ। ਆਮ ਆਦਮੀ ਪਾਰਟੀ ਦਿਨ ਰਾਤ ਇੱਕ ਕਰ ਰਹੀ ਹੈ ਔਰ ਲੋਕਾਂ ਨੂੰ ਵੀ ਚਾਹੀਦਾ। ਸ਼ੁਕਰੀਆ ਸੂਰਜ, ਤੁਸੀਂ ਬਣੇ ਰਹੋ ਇਸ ਖਬਰ ਤੇ, ਅੱਗੇ ਵੀ ਤੁਹਾਡੇ ਤੋਂ ਅਪਡੇਟ ਲੈਂਦੇ ਰਵਾਂਗੇ ਤੇ ਦਰਸ਼ਕਾਂ ਨੂੰ ਵੀ ਤਸਵੀਰਾਂ ਵਿਖਾਉਂਦੇ ਰਵਾਂਗੇ। ਔਰ ਲਗਾਤਾਰ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ ਔਰ ਕਿਤੇ ਸਿਆਸੀ ਪਾਰਟੀਆਂ ਵੀ ਜੰਮ ਕੇ ਅੱਗੇ ਆ ਰਹੀਆਂ ਨੇ ਔਰ ਲਾਹਾ ਲੈਣ ਦੀ ਕੋਸ਼ਿਸ਼ ਬੇਸ਼ੱਕ ਕੀਤੀ ਜਾ ਰਹੀ ਹੈ।
ਤਾਂ ਜਿੱਥੇ ਸਿਆਸੀ ਪਾਰਟੀਆਂ ਨੇ ਅੱਡੀ ਦਾ ਜ਼ੋਰ ਲਾਇਆ ਹੋਇਆ ਹੈ ਕਿਸਾਨਾਂ ਨੂੰ ਆਪਣੇ ਵੱਲ ਕਰਨ ਲਈ, ਉਹਨਾਂ ਦੇ ਹੱਕ ਦੇ ਵਿੱਚ ਨਿਤਰਨ ਵਾਸਤੇ, ਉੱਥੇ ਹੀ ਪੰਜਾਬੀ ਕਲਾਕਾਰ ਵੀ ਪਿੱਛੇ ਨਹੀਂ ਹੈ। ਖੇਤੀ ਬਿੱਲਾਂ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੰਜਾਬੀ ਕਲਾਕਾਰ ਉੱਤਰ ਕੇ ਆ ਰਹੇ ਨੇ। ਤਾਂ ਹੁਣ ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਬਿੱਲਾਂ ਦਾ ਵਿਰੋਧ ਕੀਤਾ ਹੈ ਔਰ ਦਿਲਜੀਤ ਦੋਸਾਂਝ ਸਾਫ਼ ਤੌਰ ਤੇ ਲਿਖਦੇ ਨੇ ਕਿ ਅਸੀਂ ਕਿਸਾਨਾਂ ਦੇ ਦੇਸ਼ ਦਾ ਢਿੱਡ ਭਰਨ ਦੀ ਉਮੀਦ ਰੱਖਦੇ ਆ ਕਿਸਾਨਾਂ ਤੋਂ, ਔਰ ਉੱਥੇ ਹੀ ਕਿਸਾਨ ਆਪਣੀ ਫਸਲ ਦਾ ਰੇਟ ਤੈਅ ਨਹੀਂ ਕਰ ਸਕਦਾ। ਕਿਸਾਨ ਬਚਾਓ ਦੇਸ਼ ਬਚਾਓ। ਤੇ ਦਿਲਜੀਤ ਦੋਸਾਂਝ ਵੱਲੋਂ ਟਵੀਟ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਦਿਲਜੀਤ, ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਸ ਵੇਲੇ ਕਿਸਾਨੀ ਨੂੰ ਬਚਾਉਣ ਦੀ ਜ਼ਰੂਰਤ ਹੈ। ਕਿਸਾਨ ਬਚਾਓ ਤਾਂ ਹੀ ਦੇਸ਼ ਬਚੇਗਾ। ਔਰ ਇਹ ਵੀ ਕਹਿ ਰਹੇ ਨੇ ਕਿ ਕਿਸਾਨਾਂ ਤੋਂ ਅਸੀਂ ਢਿੱਡ ਭਰਨ ਦੀ ਉਮੀਦ ਰੱਖਦੇ ਆ ਕਿ ਕਿਸਾਨ ਸਾਡਾ ਢਿੱਡ ਭਰਦੇ ਨੇ, ਪਰ ਉਧਰ ਹੀ ਕਿਸਾਨ ਆਪਣੇ ਫਸਲ ਦਾ ਰੇਟ ਨਹੀਂ ਤੈਅ ਕਰ ਸਕਦੇ। ਫਿਲਹਾਲ ਤੁਹਾਨੂੰ ਇੱਕ ਵਾਰ ਦੱਸ ਦਿੰਦੇ ਹਾਂ ਕਿ ਆਪਣੀ ਟਵੀਟ ਦੇ ਵਿੱਚ ਦਿਲਜੀਤ ਦੋਸਾਂਝ ਵੱਲੋਂ ਕੀ ਕੁਝ ਲਿਖਿਆ ਗਿਆ ਹੈ। ਤਾਂ ਦਿਲਜੀਤ ਆਪਣੇ ਪਹਿਲੇ ਟਵੀਟ ਦੇ ਵਿੱਚ ਲਿਖਦੇ ਨੇ ਕਿ ਕਿਸਾਨ ਬਚਾਓ ਦੇਸ਼ ਬਚਾਓ, ਕਿਸਾਨ ਵਿਰੋਧੀ ਬਿੱਲ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ। ਔਰ ਇਸ ਦੌਰਾਨ ਉਹਨਾਂ ਨੇ ਇੱਕ ਸ਼ਾਇਰੀ ਭਰੇ ਅੰਦਾਜ਼ ਦੇ ਵਿੱਚ ਕਿਸਾਨੀ ਵਾਸਤੇ ਕੁਝ ਲਾਈਨਾਂ ਜਿਹੜੀਆਂ ਨੇ ਉਹ ਵੀ ਲਿਖੀਆਂ ਨੇ। ਔਰ ਦਿਲਜੀਤ ਲਿਖਦੇ ਨੇ, ਹਾਏ ਨੀ ਇਹ ਪੱਥਰ ਹੋਈਆਂ ਜੀਬਾਂ, ਹਾਏ ਨੀ ਦਿਲ ਭਰਿਆ ਪਲ ਪਲ ਫਿਸੇ, ਹਾਏ ਨੀ ਇਹ ਡਾਡੇ ਪੈਂਡੇ ਲੰਮੇ, ਹਾਏ ਨੀ ਨਿਰੀਆਂ ਸੂਲਾਂ ਗਿੱਟੇ ਗਿੱਟੇ। ਤਾਂ ਸਾਫ਼ ਤੌਰ ਤੇ ਇੱਕ ਸ਼ਾਇਰਾਨਾ ਅੰਦਾਜ਼ ਦੇ ਵਿੱਚ ਲਿਖ ਰਹੇ ਨੇ ਔਰ ਇੱਕ ਤਰ੍ਹਾਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਹ ਕਿਸਾਨਾਂ ਵਾਸਤੇ ਜੋ ਕਿ ਫਸਲਾਂ ਬੀਜਦੇ ਨੇ, ਜੋ ਕਿ ਫਸਲਾਂ ਦੇ ਵਿੱਚ ਰਹਿੰਦੇ ਨੇ, ਜੋ ਕਿ ਦੇਸ਼ ਦਾ ਢਿੱਡ ਭਰਦੇ ਨੇ, ਪਰ ਅੱਜ ਉਹ ਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਹੋਏ ਨੇ। ਆਪਣੇ ਦੂਜੇ ਟਵੀਟ ਦੇ ਵਿੱਚ ਲਿਖਦੇ ਨੇ, ਜਦੋਂ ਦਿਲਜੀਤ ਦੋਸਾਂਝ ਤੇ ਇਸ ਟਵੀਟ ਤੋਂ ਬਾਅਦ ਜਦੋਂ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਤਾਂ ਦਿਲਜੀਤ ਨੇ ਤੱਥਾਂ ਦੇ ਨਾਲ ਇਸ ਬਿੱਲ ਦਾ ਵਿਰੋਧ ਕੀਤਾ। ਉਹਨਾਂ ਲਿਖਿਆ ਕਿ ਕੇਂਦਰ ਦੇ ਨਵੇਂ ਕਾਨੂੰਨ ਤੋਂ ਬਾਅਦ ਪਹਿਲਾ ਪੁਆਇੰਟ ਲਿਖਦੇ ਨੇ ਕਿ ਕਿਸਾਨ ਆਪਣੀ ਫਸਲ ਦੀ ਕੀਮਤ ਤੈਅ ਨਹੀਂ ਕਰ ਸਕਦੇ। ਦੂਜੀ ਗੱਲ, ਕੋਈ ਐਮਐਸਪੀ ਨਿਰਧਾਰਿਤ ਨਹੀਂ ਹੈ। ਔਰ ਤੀਜੀ ਗੱਲ, ਫਸਲਾਂ ਦੀ ਸੰਭਾਲ ਦੇ ਲਈ ਕਿਸਾਨਾਂ ਨੂੰ ਮਦਦ ਨਹੀਂ ਮਿਲੇਗੀ। ਤਾਂ ਅਸੀਂ ਕਿਸਾਨਾਂ ਤੋਂ ਦੇਸ਼ ਦਾ ਢਿੱਡ ਭਰਨ ਦੀ ਉਮੀਦ ਕਰਦੇ ਹਾਂ, ਪਰ ਉਹ ਰੇਟ ਤੈਅ ਨਹੀਂ ਕਰ ਸਕਦੇ। ਸ਼ਾਬਾਸ਼। ਤੇ ਇੱਕ ਤਰ੍ਹਾਂ ਤੰਜ ਭਰੇ ਅੰਦਾਜ਼ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਉਹ ਟ੍ਰੋਲਰਸ ਨੂੰ ਜੋ ਕਿ ਟ੍ਰੋਲ ਕਰ ਰਹੇ ਸੀ ਔਰ ਇੱਕ ਤਰ੍ਹਾਂ ਜਜਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਆਖਿਰਕਾਰ ਦਿਲਜੀਤ ਨੂੰ ਇਸ ਦੀ ਡੈਪਥ ਪਤਾ ਹੈ, ਦਿਲਜੀਤ ਨੂੰ ਪੂਰਾ ਮਸਲਾ ਪਤਾ ਹੈ। ਤਾਂ ਦਿਲਜੀਤ ਤੱਥਾਂ ਦੇ ਨਾਲ ਨਿਕਲ ਕੇ ਆਏ ਔਰ ਆਪਣੀ ਗੱਲ ਸਾਫ਼ ਰੱਖ ਕੇ ਗਏ। ਔਰ ਉਧਰ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਵੀ ਖੇਤੀ ਬਿੱਲ ਦੇ ਵਿਰੋਧ ਦੇ ਵਿੱਚ ਨਿੱਤਰਦੇ ਨਜ਼ਰ ਆਏ। ਗਿੱਲ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਕਿਹਾ ਕਿ ਉਹ ਕਲਾਕਾਰ ਬਾਅਦ ਵਿੱਚ ਨੇ, ਪਹਿਲਾਂ ਕਿਸਾਨ ਨੇ। ਦਿਨਾਂ ਦੇ ਵਿੱਚ ਤੁਸੀਂ ਵੀ ਖਬਰਾਂ ਦੇ ਵਿੱਚ ਵੇਖਿਆ ਹੋਵੇਗਾ ਜਾਂ ਸੁਣਿਆ ਹੋਵੇਗਾ ਕਿ ਸਰਕਾਰ ਜ਼ਿਮੀਂਦਾਰੀ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਬਣਾ ਰਹੀ ਹੈ ਜਿਹੜਾ ਜ਼ਿਮੀਂਦਾਰਾਂ ਦੇ ਹੱਕ ਵਿੱਚ ਨਹੀਂ, ਜਿਸ ਦੀ ਵਜ੍ਹਾ ਨਾਲ ਸਾਡੇ ਕਿਸਾਨ ਭਰਾ ਬੜੇ ਪੁਰਅਮਨ ਤਰੀਕੇ ਦੇ ਨਾਲ ਸੜਕਾਂ ਤੇ ਆ ਕੇ ਰੋਸ ਮੁਜ਼ਾਹਰੇ ਕਰ ਰਹੇ ਨੇ। ਮੈਂ ਵੀ ਇੱਕ ਐਕਟਰ ਹੋਣ ਤੋਂ ਪਹਿਲਾਂ ਇੱਕ ਜ਼ਿਮੀਂਦਾਰ ਹਾਂ, ਮੇਰੀਆਂ ਜੜ੍ਹਾਂ ਜ਼ਿਮੀਂਦਾਰੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਮੁਹਿੰਮ ਦੇ ਵਿੱਚ ਮੈਂ ਵੀ ਆਪਣੇ ਜ਼ਿਮੀਂਦਾਰ ਭਰਾਵਾਂ ਦੇ ਨਾਲ। ਅਗਲੀ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ, ਜਿਨ੍ਹਾਂ ਦਾ ਅੱਜ 70ਵਾਂ ਜਨਮ ਦਿਨ ਮਨਾਇਆ ਜਾ ਰਿਹਾ। ਪਰ ਕਾਂਗਰਸ ਦੇ ਵੱਲੋਂ ਇੱਕ ਵਿਲੱਖਣ ਢੰਗ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ। ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ ਉਹਨਾਂ ਦੇ ਜਨਮ ਦਿਹਾੜੇ ਤੇ। ਤਾਂ ਦੇਸ਼ ਭਰ ਦੇ ਵਿੱਚ ਬੇਰੋਜ਼ਗਾਰੀ ਦਿਹਾੜਾ ਕਾਂਗਰਸ ਵੱਲੋਂ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ NSUI ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਚਾਹ ਪਕੌੜੇ ਸਬਜ਼ੀ ਵੇਚ ਕੇ ਸਰਕਾਰ ਤੇ ਤੰਜ ਕੱਸਿਆ ਜਾ ਰਿਹਾ ਔਰ ਬੂਟ ਪਾਲਿਸ਼ ਦੇ ਰਾਹੀਂ ਰੋਸ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਤਾਂ ਵਿਲੱਖਣ ਢੰਗ ਦੇ ਨਾਲ ਕਾਂਗਰਸ ਵੱਲੋਂ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਨੇ। ਤਾਂ ਤਸਵੀਰਾਂ ਤੁਸੀਂ NSUI ਦੇ ਮੈਂਬਰਸ ਦੀ ਦੇਖ ਸਕਦੇ ਹੋ ਜਿਹੜੇ ਕਿ ਡਿਗਰੀਧਾਰੀ ਬਣ ਕੇ ਉਹ ਵਾਲੇ ਵੇਸ਼ਭੂਸ਼ਾ ਪਾ ਕੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਨੇ, ਚਾਹ ਪਕੌੜੇ ਵੇਚ ਰਹੇ ਨੇ, ਸਬਜ਼ੀਆਂ ਵੇਚ ਰਹੇ ਨੇ ਔਰ ਕੁਝ ਤਾਂ ਵਿੱਚ ਬੂਟ ਪਾਲਿਸ਼ ਕਰਕੇ ਆਪਣਾ ਰੋਸ ਵੀ ਜ਼ਾਹਿਰ ਕਰ ਰਹੇ ਨੇ। ਫਿਲਹਾਲ ਸਾਡੇ ਨਾਲ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ। ਮਨੋਜ, ਕਿਸ ਤਰ੍ਹਾਂ ਇਹਨਾਂ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਔਰ ਕਿੰਨੇ ਟਾਈਮ ਤੱਕ ਇਹ ਪ੍ਰਦਰਸ਼ਨ ਚੱਲਿਆ? ਦੇਖੋ ਨਵਜੋਤ, ਇਹ ਹਾਲਾਂਕਿ ਅੱਜ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਦਾ ਬਰਥਡੇ ਹੈ ਤੇ BJP ਵੱਲੋਂ ਸੈਲੀਬ੍ਰੇਟ ਕੀਤਾ ਜਾ ਰਿਹਾ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਇਸ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਕਾਂਗਰਸ ਦੀ ਜਿਹੜੀ ਯੂਨਿਟ ਹੈ NSUI ਦੀ ਜਿਹੜੀ ਸਟੂਡੈਂਟ ਵਿੰਗ ਹੈ ਉਹਨਾਂ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ। ਅਲੱਗ ਤਰੀਕੇ ਨਾਲ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਜਿਹਦੇ ਵਿੱਚ ਆਪਣੀ ਡਿਗਰੀਜ਼ ਲੈ ਕੇ ਪਕੌੜੇ ਵੇਚੇ ਜਾ ਰਹੇ ਨੇ, ਚਾਹ ਵੇਚੀ ਜਾ ਰਹੀ ਹੈ, ਸਬਜ਼ੀਆਂ ਵੇਚੀ ਜਾ ਰਹੀਆਂ ਹੈ, ਬੂਟ ਪਾਲਿਸ਼ ਕੀਤੇ ਜਾ ਰਹੇ ਨੇ। ਤੇ ਉਹਨਾਂ ਦਾ ਇਹ ਜਿਹੜਾ ਪ੍ਰਦਰਸ਼ਨ ਕਰਨ ਦਾ ਜਿਹੜਾ ਪ੍ਰੋਟੈਸਟ ਕਰਨ ਦਾ ਤਰੀਕਾ ਉਹ ਅਲੱਗ ਹੈ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਬਈ ਅਸੀਂ ਡਿਗਰੀਆਂ ਕੀਤੀ, ਅਸੀਂ PhD ਕੀਤੀ, ਅਸੀਂ BCA MCA ਐਡਵੋਕੇਟ ਕਈ ਡਿਗਰੀਆਂ ਸਾਡੇ ਕੋਲ ਨੇ, ਲੇਕਿਨ ਉਹਦੇ ਬਾਵਜੂਦ ਵੀ ਸਾਡੇ ਕੋਲ ਕੋਈ ਜੌਬ ਨਹੀਂ ਹੈ, ਜਿਹਦੇ ਕਰਕੇ ਅੱਜ ਇਹ ਜਿਹੜਾ ਬੇਰੁਜ਼ਗਾਰੀ ਦਿਵਸ ਅਸੀਂ ਮਨਾ ਰਹੇ ਨੇ, 70ਵਾਂ ਬੇਰੁਜ਼ਗਾਰੀ ਜਿਹੜਾ ਦਿਵਸ ਮਨਾ ਰਹੇ ਨੇ, ਜਿਹਨੂੰ ਲੈ ਕੇ ਵੱਖ ਅਲੱਗ ਤਰੀਕੇ ਨਾਲ ਇਸ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ।
ਸ਼ੁਕਰੀਆ ਮਨੋਜ ਇਸ ਖਬਰ ਤੇ ਪੂਰੀ ਜਾਣਕਾਰੀ ਵਾਸਤੇ। ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਬੇहद ਹਾਸੋਹੀਣਾ ਤੰਜ ਜਿਹੜਾ ਹੈ ਉਹ ਕੀਤਾ ਗਿਆ ਹੈ ਕੇਂਦਰ ਸਰਕਾਰ ਤੇ ਕੀਤਾ ਗਿਆ ਕਿ ਕਿਸ ਤਰ੍ਹਾਂ ਡਿਗਰੀਆਂ ਹੋਣ ਦੇ ਬਾਵਜੂਦ ਨੌਜਵਾਨਾਂ ਕੋਲ ਕੰਮਕਾਜ ਨਹੀਂ ਹੈ ਔਰ ਨੌਜਵਾਨ ਬਿਲਕੁਲ ਬੇਰੋਜ਼ਗਾਰ ਨੇ ਔਰ ਚਾਹ ਪਕੌੜੇ ਵੇਚਣ ਨੂੰ ਮਜਬੂਰ ਹੋਏ ਪਏ ਨੇ। ਅਗਲੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਨੌਜਵਾਨ ਤੇ ਸ਼ਰੇਆਮ ਫਾਇਰਿੰਗ ਹੋਈ ਹੈ। ਜ਼ਮਾਨਤ ਤੇ ਆਏ ਨੌਜਵਾਨ ਨੂੰ ਗੋਲੀ ਮਾਰੀ ਗਈ ਹੈ। ਦੇਰ ਸ਼ਾਮ ਘਰ ਦੇ ਨੇੜੇ ਗੋਲੀ ਮਾਰੀ ਹੈ ਔਰ ਫਾਇਰਿੰਗ ਦੇ ਵਕਤ ਬਾਡੀਗਾਰਡ ਵਾਲੀਬਾਲ ਖੇਡ ਰਿਹਾ ਸੀ ਇਹ ਨੌਜਵਾਨ ਔਰ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਜਿਹੜਾ ਹੈ ਦੱਸਿਆ ਜਾ ਰਿਹਾ। ਨੌਜਵਾਨ ਦੀ ਹਾਲਤ ਬੇहद ਗੰਭੀਰ ਬਣੀ ਹੋਈ ਹੈ ਔਰ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ। ਤੇ ਤੁਹਾਨੂੰ ਦੱਸ ਦਈਏ ਕਿ ਇਹ ਸ਼ਖਸ ਜਿਹੜਾ ਹੈ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ, ਜਿਸ ਦੌਰਾਨ ਇਸ ਤੇ ਹਮਲਾ ਕੀਤਾ ਗਿਆ, ਗੋਲੀ ਮਾਰ ਕੇ ਇਸ ਨੂੰ ਜ਼ਖਮੀ ਕਰ ਦਿੱਤਾ ਗਿਆ ਔਰ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਨੌਜਵਾਨ ਦੀ ਹਾਲਤ ਬੇहद ਗੰਭੀਰ ਬਣੀ ਹੋਈ ਹੈ ਔਰ ਮੁਲਜ਼ਮ ਦਾ ਹਜੇ ਤੱਕ ਕੋਈ ਅਤਾ ਪਤਾ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਦੇਰ ਸ਼ਾਮ ਘਰ ਦੇ ਨੇੜੇ ਹੀ ਇਹ ਗੋਲੀ ਦੀ ਵਾਰਦਾਤ ਜਿਹੜੀ ਘਟੀ ਹੈ ਔਰ ਫਾਇਰਿੰਗ ਦੇ ਵਕਤ ਵਾਲੀਬਾਲ ਇਸ ਨੌਜਵਾਨ ਵੱਲੋਂ ਖੇਡੀ ਜਾ ਰਹੀ ਸੀ, ਜਿਸ ਦੌਰਾਨ ਉਸ ਤੇ ਫਾਇਰਿੰਗ ਹੋ ਜਾਂਦੀ ਹੈ ਔਰ ਉਸ ਨੂੰ ਗੰਭੀਰ ਤੌਰ ਤੇ ਜ਼ਖਮੀ ਕਰ ਦਿੱਤਾ ਜਾਂਦਾ ਹੈ। ਉੱਥੇ ਖੇਡਣ ਦਾ ਸੀ ਵਾਲੀਬਾਲ, ਉੱਥੇ ਅਸੀਂ ਪਹੁੰਚ ਗਏ ਤੇ ਉਹਨੂੰ ਘਰੇ ਛੱਡਣ ਗਏ ਹਾਂ। ਉੱਥੇ ਜਦੋਂ ਆਪਾਂ ਉਹਨੂੰ ਘਰੇ ਛੱਡਣ ਗਏ ਹਾਂ ਤੇ ਬਾਅਦ ਚੋਂ ਉਹਨੂੰ ਘਰੇ ਲਾ ਕੇ ਤੇ ਆਪਾਂ ਵਾਪਸ ਆਉਂਦੇ ਹਾਂ ਘਰ ਨੂੰ। ਉਹਨੇ ਨੂੰ 3 ਜਣੇ ਆਏ ਮੋਟਰਸਾਈਕਲ ਤੇ ਉਹ ਆਏ ਪਹਿਲਾਂ ਲੰਘੇ ਸਿੱਧਾ ਲਾਗੂ ਤੇ ਫਿਰ ਆਪਾਂ ਜਦੋਂ ਘਰ ਨੂੰ ਆਉਣ ਹੀ ਦਏ ਹਾਂ ਤੇ ਲਾਗੋ ਲੰਘ ਕੇ ਤੇ ਅੱਗੋਂ ਦੇ ਸਾਡੇ ਮੋਟਰਸਾਈਕਲ ਲਾਤਾ ਵਾ ਤੇ ਸਾਨੂੰ ਘੇਰ ਕੇ ਤੇ ਉਹਨਾਂ ਨੇ ਚਾਬੀ ਲਾ ਲਈ ਤੇ ਇੰਨੇ ਚਿਰ ਨੂੰ ਜਿਹੜੀ ਗੱਲ ਹੋਈ ਆ ਤੇ ਹਫੜਾ ਦਫੜੀ ਮਚੀ ਸਾਡੇ 'ਚ ਹੱਥ ਪਾਈ ਹੋਈ ਜਦੋਂ ਤੇ 2 ਜਣਿਆਂ ਨੇ ਉਹਨੂੰ ਫੜ ਲਿਆ ਤੇ ਤੀਜੇ ਜਾਣੇ ਨੇ ਮੈਨੂੰ ਫੜ ਲਿਆ। ਉਹਦੇ ਚੱਕਰ 'ਚ ਜਦੋਂ ਉਹਨੇ ਬਾਅਦ 'ਚ ਗੋਲੀਆਂ ਮਾਰਤੀਆਂ ਉਹਦੇ। ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਬਦਮਾਸ਼ਾਂ ਦੇ ਹੌਸਲੇ ਬੁਲੰਦ ਨੇ। ਇੱਕ ਪਾਸੇ ਕਰੋਨਾ ਵਾਇਰਸ ਦੇ ਕਰਕੇ ਪੁਲਿਸ ਚੌਕਸ ਹੈ, ਪਰ ਉਧਰ ਹੀ ਅਜਿਹੀਆਂ ਵਾਰਦਾਤਾਂ ਵਿੱਚ ਕੋਈ ਠੱਲ ਨਹੀਂ ਪੈ ਰਹੀ। ਕੁਝ ਅਜਿਹੀ ਘਟਨਾ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੈਂਕ ਦੇ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਚੋਰੀ ਦੀ ਕੋਸ਼ਿਸ਼ ਨਾਕਾਮ ਰਹੀ। ਦੀਵਾਰ ਤੋੜ ਕੇ ਬੈਂਕ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਚੋਰਾਂ ਵੱਲੋਂ ਔਰ ਇੱਕ ਚੋਰ ਇਸ ਦੌਰਾਨ ਕਾਬੂ ਵੀ ਹੋ ਗਿਆ। ਹਾਲਾਂਕਿ ਦੂਜਾ ਜੋ ਇਸ ਦਾ ਸਾਥੀ ਸੀ ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ। ਪਿੰਡ ਵਾਸੀਆਂ ਨੇ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਔਰ ਫਾਜ਼ਿਲਕਾ ਦੇ ਪਿੰਡ ਮੁੱਠਿਆਂਵਾਲੀ ਦੀ ਇਹ ਘਟਨਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹੌਸਲੇ ਬੁਲੰਦ ਨੇ ਚੋਰਾਂ ਦੇ ਔਰ ਅਜਿਹੇ ਅੰਸਰਾਂ ਦੇ ਜੋ ਕਿ ਅਜਿਹੀਆਂ ਵਾਰਦਾਤਾਂ ਨੂੰ ਦੇਣ ਤੋਂ ਥੰਮ ਨਹੀਂ ਰਹੇ, ਠੱਲ ਨਹੀਂ ਪੈ ਰਹੀ ਕੋਈ। ਤਾਂ ਫਾਜ਼ਿਲਕਾ ਦੇ ਵਿੱਚ ਬੈਂਕ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਦੀਵਾਰ ਤੋੜ ਕੇ ਬੈਂਕ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸ਼ਾਤਿਰਾਨਾ ਅੰਦਾਜ਼ ਦੇ ਵਿੱਚ ਦੀਵਾਰ ਜਿਹੜੀ ਤੋੜੀ ਗਈ ਹੈ। ਹਾਲਾਂਕਿ ਇਸ ਨੂੰ ਉੱਥੇ ਹੀ ਰੰਗੇ ਹੱਥੀ ਪਿੰਡ ਵਾਸੀਆਂ ਵੱਲੋਂ ਕਾਬੂ ਕਰ ਲਿਆ ਗਿਆ ਔਰ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਪਰ ਇਸ ਦੇ ਨਾਲ ਜਿਹੜਾ ਸਾਥੀ ਸੀ ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ। ਇਹਨਾਂ ਪਰਸੋਂ ਆਏ ਸੀਗੇ ਕੋਈ ਚੋਰ। ਸਰ ਨੇ ਮੈਨੂੰ ਕੱਲ ਬੁਲਾਇਆ ਸੀ, ਮੈਨੇਜਰ ਨੇ, ਕੱਲ ਨੂੰ ਬੁੱਧਵਾਰ ਨੂੰ। ਅੱਛਾ ਜੀ। ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਲੱਗਿਆ ਪਿੱਛੇ ਸਾਨੂੰ ਲਾ ਰਹੇ ਸੀ ਚੋਰ। ਮੈਂ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਸੁੱਤੇ ਦਾ। ਇਹ ਰਾਤ ਨੂੰ ਫੇਰ ਆ ਗਏ ਸੀ। ਅੱਛਾ। ਜਿਹੜੇ ਚੋਰ ਸੀ ਆਹੀ ਟਾਈਮ ਸੀ 12:15 ਵਜੇ ਦਾ। ਸਾਨੂੰ ਲਾਉਣ ਲੱਗ ਗਏ ਸੀ, ਇਹ ਜਾਗਦੀ ਸੀ। ਸਾਨੂੰ ਕਿੱਥੇ ਨੀਂਦ ਆਉਂਦੀ ਸੀ। ਪਹਿਲੇ ਸਾਨੂੰ ਮੈਨੇਜਰ ਨੇ ਚੁਕੰਨਾ ਕਰਤਾ ਸੀ ਵੀ ਉਹ ਆਏਗਾ ਜ਼ਰੂਰ। ਜਦੋਂ ਮੇਰੇ ਘਰ ਦੇ ਨੇ ਮੈਨੂੰ ਉਠਾਇਆ ਸੀਗਾ ਵੀ ਪਿੱਛੇ ਸਾਨੂੰ ਲਾਈ ਜਾਂਦਾ ਤੇ ਤੂੰ ਕਿਸੇ। ਫਿਲਹਾਲ ਵੇਲਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਅੱਗੇ ਵੀ ਖਬਰਾਂ ਦਾ ਸਿਲਸਿਲਾ ਨਿਊਜ਼ 18 ਤੇ ਲਗਾਤਾਰ ਜਾਰੀ ਹੈ।